ਗੁੱਡ ਮਾਰਨਿੰਗ ਆਲ। ਮੈਂ ਮੋਨਿਕਾ ਮਹਿਤਾ, ਸਾਇੰਸ ਮਿਸਟਰਸ GSS ਲੋਗੜ। ਅੱਜ ਤੁਹਾਨੂੰ ਕਰਾ ਰਹੇ ਹੈਗੇ ਆ ਪ੍ਰਕਾਸ਼ ਦਾ ਪਰਿਵਰਤਨ। ਕਿ ਪ੍ਰਕਾਸ਼ ਦਾ ਪਰਿਵਰਤਨ ਕੀ ਹੁੰਦਾ ਹੈਗਾ। ਜਿਵੇਂ ਤੁਸੀਂ ਇਸ 'ਚ ਦੇਖ ਰਹੇ ਹੋ ਕਿ ਸੇਮ ਰਿਫਲੈਕਸ਼ਨ ਪੈ ਰਹੀ ਹੈਗੀ ਹੈ ਪਾਣੀ ਦੇ ਵਿੱਚੋਂ, ਉਸੇ ਸਾਈਜ਼ ਦੇ ਠੀਕ ਹੈ ਦਰਖਤ ਦਿਖ ਰਹੇ ਹੈ। ਪਾਣੀ ਦਾ ਸਰਫੇਸ ਇੱਕ ਸਮਤਲ ਸਤ੍ਹਾ ਦਾ ਕੰਮ ਕਰ ਰਿਹਾ ਹੈ। ਆਓ ਪਿਆਰੇ ਵਿਦਿਆਰਥੀਓ, ਅਸੀਂ ਅੱਜ 10ਵੀਂ ਕਲਾਸ ਦਾ ਲੈਸਨ ਨੰਬਰ 10 ਸਮਤਲ ਦਰਪਣ ਰਾਹੀਂ ਪਰਾਵਰਤਨ ਅਤੇ ਕਿਸ ਤਰ੍ਹਾਂ ਦਾ ਪ੍ਰਤੀਬਿੰਬ ਬਣੇਗਾ ਔਰ ਸਮਤਲ ਦਰਪਣ ਦੀਆਂ ਵਰਤੋਂ। ਤੁਸੀਂ ਦੇਖਦੇ ਹੋ ਕਿ ਆਹ ਇੱਕ ਵਸਤੂ ਹੈ, ਠੀਕ ਹੈ, ਸਮਤਲ ਦਰਪਣ ਦੇ ਸਾਹਮਣੇ ਪਈ ਹੈ। ਤਾਂ ਜਿੰਨਾ ਵਸਤੂ ਦਰਪਣ ਦੇ ਸਾਹਮਣੇ ਪਏਗੀ, ਪ੍ਰਤੀਬਿੰਬ ਦੀ ਦੂਰੀ ਵੀ ਦਰਪਣ ਤੋਂ ਓਨੀ ਹੀ ਹੋਵੇਗੀ। ਅਸੀਂ ਇਸ ਨੂੰ ਇੱਕ ਕਿਰਿਆ ਰਾਹੀਂ ਸਮਝਦੇ ਹਾਂ। ਇਹ ਜਿਹੜੀ ਆ ਰਹੀ ਹੈਗੀ ਹੈ, ਇਸ ਕਿਰਨ ਨੂੰ ਅਸੀਂ ਕੀ ਕਹਿੰਦੇ ਹਾਂ? ਆਪਾਤੀ ਕਿਰਨ। ਪ੍ਰਕਾਸ਼ ਇੱਕ ਐਨਰਜੀ ਦਾ ਪੁੰਜ ਹੈ। ਆਪਾਤੀ ਕਿਰਨ ਅਤੇ ਜਿਹੜੀ ਆਫਟਰ ਸਤ੍ਹਾ ਦੇ ਨਾਲ ਟਕਰਾਉਣ ਤੋਂ ਬਾਅਦ ਕਿਹੜੀ ਹੋਏਗੀ? ਪਰਾਵਰਤਿਤ ਲਾਈਟ। ਠੀਕ ਹੈ, ਤਾਂ ਇੱਕ ਤਰੰਗ ਦੇ ਰੂਪ 'ਚ ਹੁੰਦੀ ਹੈ। ਕਿਸੇ ਵੀ ਸਤ੍ਹਾ ਨਾਲ ਟਕਰਾ ਕੇ ਉਹਦਾ ਕੀ ਹੋ ਜਾਂਦਾ? ਪਰਾਵਰਤਨ ਹੋ ਜਾਂਦਾ। ਆਪਾਤੀ ਕੋਣ ਅਤੇ ਪਰਾਵਰਤਿਤ ਕੋਣ ਕੀ ਹੋਣਗੇ? ਬਰਾਬਰ। ਆਪਾਤੀ ਕਿਰਨ ਅਤੇ ਅਭਿਲੰਬ ਅਤੇ ਪਰਾਵਰਤਿਤ ਕਿਰਨ ਤਿੰਨੋਂ ਇੱਕ ਸਤ੍ਹਾ 'ਤੇ ਮਿਲਦੇ ਹਨ। ਤਾਂ ਇਹ ਹੈਗਾ ਪ੍ਰਕਾਸ਼ ਦਾ ਪਰਿਵਰਤਨ। ਆਪਾਤੀ ਕਿਰਨ, ਅਭਿਲੰਬ ਅਤੇ ਪਰਾਵਰਤਿਤ ਕਿਰਨ ਤਿੰਨੇ ਇੱਕੋ ਹੀ ਸਤ੍ਹਾ 'ਤੇ ਮਿਲਦੇ ਹਨ। ਅਤੇ ਆਪਾਤੀ ਕੋਣ ਕਿਹਦੇ ਬਰਾਬਰ ਹੁੰਦਾ? ਪਰਾਵਰਤਿਤ ਕੋਣ ਦੇ। ਅਸੀਂ ਇਸ ਕਿਰਿਆ ਰਾਹੀਂ ਇੱਕ ਸਮਤਲ ਦਰਪਣ ਲਿਆ, ਉਹਦੇ ਉੱਤੇ ਟਾਰਚ ਦੇ ਨਾਲ ਲਾਈਟ ਪਾਉਂਦੇ ਹੈਗੇ ਆ। ਤਾਂ ਤੁਸੀਂ ਦੇਖ ਸਕਦੇ ਹੋ ਆਪਾਤੀ ਕੋਣ ਕੀ ਹੋਏਗਾ? ਅਭਿਲੰਬ ਦੇ ਪਰਾਵਰਤਿਤ ਕੋਣ ਦੇ ਬਰਾਬਰ ਹੋਏਗਾ। ਜੇ ਅਸੀਂ ਪ੍ਰਕਾਸ਼ ਦੀ ਕਿਰਨ ਨੂੰ ਅਭਿਲੰਬ 'ਤੇ ਪਾਈਏ ਤਾਂ ਉਹ 90 ਦਾ ਕੋਣ ਬਣਾਏਗੀ ਸਮਤਲ ਦਰਪਣ ਦੇ ਨਾਲ। ਤਾਂ ਉਹ ਵਾਪਸ ਅਭਿਲੰਬ ਤੋਂ ਹੀ ਵਾਪਸ ਆ ਜਾਏਗੀ। ਇਸ ਰਾਹੀਂ ਵੀ ਤੁਸੀਂ ਪਰਾਵਰਤਨ ਦਾ ਨਿਯਮ ਦੇਖ ਸਕਦੇ ਹੋ। ਜਿਹੜੀ ਦਰਪਣ ਦੇ ਉੱਤੇ ਟਕਰਾ ਰਹੀ ਹੈਗੀ ਹੈ ਕਿਰਨ, ਆਪਾਤੀ ਕਿਰਨ, ਦਰਪਣ ਦੇ ਨਾਲ ਟਕਰਾ ਕੇ ਉਸੇ ਮਾਧਿਅਮ 'ਚ ਵਾਪਸ ਆ ਜਾਂਦੀ ਹੈਗੀ ਹੈ। ਤਾਂ ਆਪਾਤੀ ਕਿਰਨ ਅਭਿਲੰਬ ਦੇ ਨਾਲ ਜਿਹੜਾ ਕੋਣ ਬਣਾਏਗੀ ਉਹਨੂੰ ਆਪਾਤੀ ਕੋਣ, ਅਤੇ ਪਰਾਵਰਤਿਤ ਕੋਣ ਜਿਹੜੇ ਹੈਗੇ ਆ ਬਰਾਬਰ ਹੁੰਦੇ ਆ। ਇਹ ਕੀ ਹੈ? ਪਰਾਵਰਤਨ ਦਾ ਨਿਯਮ। ਸਮਤਲ ਦਰਪਣ ਦੀ ਵਰਤੋਂ। ਸਮਤਲ ਦਰਪਣ ਨੂੰ ਅਸੀਂ ਪੈਰੀਸਕੋਪ ਦੇ ਵਿੱਚ, ਵਹੀਕਲਸ ਦੇ ਵਿੱਚ, ਟਾਰਚ ਲਾਈਟ ਦੇ ਵਿੱਚ, ਸ਼ੇਵਿੰਗ ਮਿਰਰ ਦੇ ਲਈ, ਡੈਂਟਿਸਟ, ਸੋਲਰ ਕੁੱਕਰ ਅਤੇ ਸਿਕਿਉਰਿਟੀ ਐਂਡ ਸੇਫਟੀ ਲਈ ਯੂਜ਼ ਕਰਦੇ ਹਾਂ। ਉਸ ਤੋਂ ਬਾਅਦ ਹੈਗਾ ਲੇਟਰਲ ਪਰਾਵਰਤਨ, ਰਿਫਲੈਕਸ਼ਨ, ਪਾਸਵਾ ਪਰਿਵਰਤਨ। ਅਗਰ ਤੁਸੀਂ ਸਮਤਲ ਦਰਪਣ ਦੇ ਸਾਹਮਣੇ ਖੜ੍ਹੇ ਹੋ ਕੇ ਦੇਖੋ ਤਾਂ ਤੁਹਾਡਾ ਜਿਹੜਾ ਸੱਜਾ ਹੱਥ ਹੈ ਉਹ ਕੀ ਹੈ? ਖੱਬਿਆ ਨਜ਼ਰ ਆਏਗਾ। ਇਸ ਲਈ ਅਸੀਂ ਐਂਬੂਲੈਂਸ ਦੇ ਉੱਤੇ ਐਂਬੂਲੈਂਸ ਵਰਡ ਉਲਟਾ ਲਿਖਦੇ ਹਾਂ ਤਾਂ ਕਿ ਸਾਈਡ ਤੋਂ ਦਰਪਣ ਦੇ ਵਿੱਚ ਤੁਹਾਨੂੰ ਐਂਬੂਲੈਂਸ, ਠੀਕ ਹੈ, ਪਿੱਛੇ ਵਾਲੇ ਨੂੰ ਸਿੱਧਾ ਦਿਖੇਗਾ। ਤੁਸੀਂ ਇਹ ਦੇਖ ਸਕਦੇ ਹੋ ਦਰਪਣ ਦੇ ਵਿੱਚ ਆਪਣਾ ਨਾਮ ਲਿਖ ਕੇ। ਤਾਂ ਸਮਤਲ ਦਰਪਣ ਦੀਆਂ ਵਰਤੋਂ। ਇਸ ਨੂੰ ਅਸੀਂ ਐਜ਼ ਏ ਕਾਸਮੈਟਿਕ ਮਿਰਰ ਦੇ ਤੌਰ 'ਤੇ ਸਾਈਡ ਵਿਊ ਦੇਖਣ ਲਈ, ਠੀਕ ਹੈ, ਰੇਅਰ ਵਿਊ, ਔਰ ਪੈਰੀਸਕੋਪ ਦੇ ਵਿੱਚ 2 ਸਮਤਲ ਦਰਪਣ ਲੱਗੇ ਹਨ, ਠੀਕ ਹੈ। ਤਾਂ ਕਿਸੇ ਦੂਰ ਦੀ ਵਸਤੂ ਨੂੰ ਦੇਖਣ ਲਈ ਅਸੀਂ ਯੂਜ਼ ਕਰਦੇ ਹਾਂ। ਔਰ ਇਸ ਨੂੰ ਐਜ਼ ਏ ਬਾਥਰੂਮ ਮਿਰਰ ਡੈਂਟਿਸਟ ਯੂਜ਼ ਕਰਨਗੇ, ਪੈਰੀਸਕੋਪ ਅਤੇ ਹੋਰ ਚੀਜ਼ਾਂ ਨੂੰ ਦੇਖਣ ਲਈ ਵਰਤਿਆ ਜਾਂਦਾ ਹੈ। ਸਮਤਲ ਦਰਪਣ ਦੇ ਸਾਹਮਣੇ ਰੱਖੀ ਵਸਤੂ ਦਾ ਪ੍ਰਤੀਬਿੰਬ ਓਨੀ ਹੀ ਦੂਰੀ 'ਤੇ ਬਣਦਾ ਹੈ ਜਿੰਨੀ ਦੂਰੀ 'ਤੇ ਵਸਤੂ ਪ੍ਰਤੀਬਿੰਬ ਦੇ ਸਾਹਮਣੇ ਰੱਖੀ ਜਾਂਦੀ ਹੈ। ਮੀਨਸ ਦਰਪਣ ਅਤੇ ਵਸਤੂ ਦੇ ਵਿਚਕਾਰ ਦੀ ਦੂਰੀ ਕਿਸ ਦੇ ਬਰਾਬਰ ਹੁੰਦੀ ਹੈ? ਪ੍ਰਤੀਬਿੰਬ ਦੀ ਦੂਰੀ ਦੇ ਬਰਾਬਰ ਹੁੰਦੀ ਹੈ। ਤੁਸੀਂ ਇਸ 'ਚ ਦੇਖ ਸਕਦੇ ਹੋ। ਆਓ ਅਸੀਂ ਅਵਤਲ ਦਰਪਣ ਦੇ ਬਾਰੇ ਪੜ੍ਹੀਏ। ਅਵਤਲ ਦਰਪਣ ਜੋ ਹੈ ਵਿਚਾਲੋਂ ਡੂੰਘਾ ਵਕਰ ਹੋਏਗਾ। ਇਹਦਾ ਬਾਹਰੋਂ ਉੱਭਰਿਆ ਹੁੰਦਾ। ਜਿਹੜੀਆਂ ਪ੍ਰਕਾਸ਼ ਦੀਆਂ ਕਿਰਨਾਂ ਇਹ ਸਮਾਨਾਂਤਰ ਆਉਣਗੀਆਂ, ਉਹ F ਫੋਕਸ 'ਤੇ ਇਕੱਠੀਆਂ ਹੋ ਜਾਂਦੀਆਂ। ਇਸ ਕਰਕੇ ਅਸੀਂ ਇਹਨੂੰ ਅਵਤਲ ਦਰਪਣ ਨੂੰ ਐਜ਼ ਏ ਸੋਲਰ ਕੁੱਕਰ ਦੇ ਵਿੱਚ ਯੂਜ਼ ਕਰਦੇ ਹੈਗੇ ਆ। ਤਾਂ ਜਿਹੜੀ ਕਿਰਨ ਵਕਰਤਾ ਕੇਂਦਰ C ਦੇ ਵਿੱਚੋਂ ਲੰਘਦੀ ਹੈ ਉਹ ਦਰਪਣ ਦੇ ਨਾਲ 90 ਦਾ ਕੋਣ ਬਣਾਏਗੀ ਅਤੇ ਵਾਪਸ ਮੁੜ ਜਾਏਗੀ। ਜੋ ਇੱਥੇ ਅਸੀਂ ਇੱਕ ਵਸਤੂ ਰੱਖੀ ਹੈ,
ਠੀਕ ਹੈ। ਜਿਹੜੀ ਕਿਰਨ ਸਮਾਨਾਂਤਰ ਜਾ ਰਹੀ ਹੈਗੀ ਹੈ, ਚਿੰਨ੍ਹ ਪਰੰਪਰਾਵਾਂ ਹੈਗੀਆਂ, ਰੂਲਸ ਹੈ। ਸਮਾਨਾਂਤਰ ਕਿਰਨ ਮੁੱਖ ਧੁਰੇ ਦੇ ਜਿਹੜੀ ਹੁੰਦੀ ਆ ਸਮਾਨਾਂਤਰ, ਉਹ ਫੋਕਸ ਐਫ 'ਚੋਂ ਲੰਘ ਜਾਂਦੀ ਆ, ਔਰ ਜਿਹੜੀ ਕਿਰਨ ਫੋਕਸ 'ਚੋਂ ਲੰਘਦੀ ਆ ਉਹ ਕੀ ਹੈ, ਸਮਾਨਾਂਤਰ ਹੋ ਜਾਂਦੀ ਹੈ। ਇੱਦਾਂ ਵਸਤੂ ਦਾ ਪ੍ਰਤੀਬਿੰਬ ਦੇਖੋ, ਜਿੱਥੇ ਦੋ ਕਿਰਨਾਂ ਸੱਚਮੁੱਚ ਮਿਲ ਰਹੀਆਂ ਹਨ ਤਾਂ ਆਭਾਸੀ ਉਲਟਾ ਅਤੇ ਛੋਟੇ ਸਾਈਜ਼ ਦਾ ਬਣਦਾ ਹੈ। ਅਬਤਲ ਦਰਪਣ ਦੇ ਸਾਹਮਣੇ ਵਸਤੂ ਨੂੰ ਸੀ 'ਤੇ ਰੱਖਿਆ ਹੈ। ਆਓ ਅਸੀਂ ਜਾਣੀਏ ਕਿ ਜਿਸ ਤਰ੍ਹਾਂ ਵਸਤੂ ਨੂੰ ਐਫ ਅਤੇ ਪੀ ਦੇ ਵਿਚਕਾਰ ਰੱਖਿਆ, ਧਰੁਵ ਦੇ ਵਿਚਕਾਰ, ਅਤੇ ਇੱਕ ਕਿਰਨ, ਤਾਂ ਇਹਦਾ ਪ੍ਰਤੀਬਿੰਬ ਕਿੱਧਰ ਬਣੇਗਾ, ਦਰਪਣ ਦੇ ਦੂਸਰੇ ਪਾਸੇ ਆਭਾਸੀ ਬਣੇਗਾ, ਵੱਡਾ ਬਣਦਾ, ਅਤੇ ਵਸਤੂ ਤੋਂ ਆਭਾਸੀ ਵੱਡਾ ਅਤੇ ਸਿੱਧੇ ਆਕਾਰ ਦਾ ਬਣਦਾ ਹੈਗਾ। ਠੀਕ ਹੈ, ਡਾਇਗਰਾਮ ਥੋੜ੍ਹਾ ਬਾਅਦ ਜਾਣੀਏ। ਚਿੰਨ੍ਹ ਪਰੰਪਰਾਵਾਂ ਕੀ ਹਨ? ਜਿਹੜੀ ਕਿਰਨ ਸਮਾਨਾਂਤਰ ਜਾਏਗੀ ਉਹ ਕੀ ਹੈ, ਫੋਕਸ ਐਫ 'ਚੋਂ ਲੰਘ ਜਾਂਦੀ ਹੈ। ਜਿਹੜੀ ਫੋਕਸ ਐਫ 'ਚੋਂ ਲੰਘਦੀ ਹੈ ਕਿਰਨ, ਉਹ ਕੀ ਹੋ ਜਾਏਗੀ, ਸਮਾਨਾਂਤਰ ਹੋ ਜਾਂਦੀ ਹੈ। ਜਿਹੜੀ ਸੀ 'ਚੋਂ ਨਿਕਲਦੀ ਆ ਉਹ ਉਵੇਂ ਵਾਪਸ 90 ਦਾ ਕੋਣ ਬਣਾ ਕੇ ਦਰਪਣ ਦੇ ਨਾਲ ਆ ਜਾਂਦੀ ਹੈਗੀ। ਜਿਹੜੀ ਕਿਰਨ ਧਰੁਵ ਦੇ ਨਾਲ ਟਕਰਾਉਂਦੀ ਆ ਉਹ ਜਿੰਨਾ ਆਪਾਤੀ ਅਤੇ ਜਿੰਨਾ ਕੋਣ ਆਪਾਤੀ ਹੋਏਗਾ ਓਨਾ ਹੀ ਪਰਾਵਰਤਿਤ ਕੋਣ ਬਣਾਏਗੀ। ਸਮਾਨਾਂਤਰ ਕਿਰਨ ਹੋ ਜਾਂਦੀ ਹੈ ਫੋਕਸ 'ਚੋਂ ਜਿਹੜੀ ਲੰਘਦੀ ਆ ਉਹ ਸਮਾਨਾਂਤਰ, ਜਿਹੜੀ ਸੀ 'ਚੋਂ ਲੰਘਦੀ ਆ ਉਵੇਂ ਵਾਪਸ ਮੁੜ ਜਾਂਦੀ ਆ, ਔਰ ਜਿਹੜੀ ਕਿਰਨ ਧਰੁਵ ਨਾਲ ਟਕਰਾਉਂਦੀ ਆ ਉਹ ਓਨੇ ਦਾ ਹੀ ਕੋਣ ਬਣਾ ਕੇ ਵਾਪਸ ਆ ਜਾਂਦੀ ਹੈ। ਤਾਂ ਇੱਦਾਂ ਜਿੱਥੇ ਕਿਰਨਾਂ ਮਿਲਦੀਆਂ ਹਨ ਉੱਥੇ ਵਸਤੂ ਦਾ ਪ੍ਰਤੀਬਿੰਬ ਬਣਦਾ ਹੈ। ਤੁਸੀਂ ਦੇਖ ਸਕਦੇ ਹੋ ਅਸਲੀ, ਰੀਅਲ, ਉਲਟਾ ਅਤੇ ਛੋਟੇ ਸਾਈਜ਼ ਦਾ ਬਣਿਆ ਹੈਗਾ। ਤਾਂ ਇਹ ਸਾਰੀਆਂ ਸੀਗੀਆਂ ਚਿੰਨ੍ਹ ਪਰੰਪਰਾਵਾਂ। ਆਓ ਅਸੀਂ ਇੱਕ ਇੱਕ ਕਰਕੇ ਜਾਣੀਏ ਕਿ ਵਸਤੂ ਦੀ ਪੋਜੀਸ਼ਨ। ਸਭ ਤੋਂ ਪਹਿਲਾਂ ਵਸਤੂ ਨੂੰ ਸੀ ਤੋਂ ਪਰਾਂ ਰੱਖਿਆ ਹੋਇਆ, ਇਨਫਿਨਿਟੀ 'ਤੇ ਪਈ ਹੈ। ਤਾਂ ਦੇਖੋ ਆ ਫੋਕਸ ਐਫ ਹੈ, ਪੀ ਧਰੁਵ ਹੈਗਾ, ਸੀ ਵਕਰਤਾ ਕੇਂਦਰ। ਇੱਕ ਸਮਾਨਾਂਤਰ ਕਿਰਨ ਆ ਰਹੀ ਹੈਗੀ, ਉਹ ਫੋਕਸ ਐਫ 'ਚੋਂ ਲੰਘ ਗਈ। ਜਿਹੜੀ ਕਿਰਨ ਸੀ 'ਚੋਂ ਵਕਰਤਾ ਕੇਂਦਰ 'ਚੋਂ ਨਿਕਲੀ ਉਹ ਵਾਪਸ ਉਵੇਂ ਮੁੜ ਜਾਂਦੀ ਹੈ। ਤਾਂ ਪ੍ਰਤੀਬਿੰਬ ਕੀ ਬਣਦਾ, ਛੋਟਾ ਅਸਲੀ, ਵਾਸਤਵਿਕ ਅਤੇ ਸਮਾਨਾਂਤਰ ਕਿਰਨ ਕਿੱਥੋਂ ਨਿਕਲੀ, ਫੋਕਸ ਐਫ 'ਚੋਂ। ਜਿਹੜੀ ਕਿਰਨ ਸੀ 'ਚੋਂ ਪਾਸ ਹੋਏਗੀ ਉਹ ਵਾਪਸ 90 ਦਾ ਕੋਣ ਬਣਾ ਕੇ ਉਵੇਂ ਵਾਪਸ, ਤਾਂ ਪ੍ਰਤੀਬਿੰਬ ਜਿਹੜਾ ਹੈਗਾ ਉਲਟਾ, ਛੋਟੇ ਸਾਈਜ਼ ਦਾ ਅਤੇ ਵਾਸਤਵਿਕ ਬਣਦਾ ਹੈਗਾ। ਹੁਣ ਵਸਤੂ ਨੂੰ ਕੀ ਰੱਖਿਆ ਹੈਗਾ, ਸੀ ਦੇ ਉੱਤੇ, ਵਕਰਤਾ ਕੇਂਦਰ ਦੇ ਉੱਤੇ। ਦੇਖਦੇ ਹਾਂ ਅਸੀਂ ਕਿਵੇਂ ਇਹ ਅਪਰਚਰ ਬਣਾਇਆ, ਧਰੁਵ, ਫੋਕਸ, ਵਕਰਤਾ ਕੇਂਦਰ, ਵਸਤੂ ਕਿੱਥੇ ਪਈ ਹੈ, ਸੀ ਦੇ ਉੱਤੇ। ਤਾਂ ਇਹ ਦੇਖੋ ਸਮਾਨਾਂਤਰ ਕਿਰਨ ਕੀ ਜਾ ਰਹੀ ਹੈ, ਫੋਕਸ ਐਫ 'ਚੋਂ ਪਾਸ ਹੋ ਰਹੀ ਹੈਗੀ ਹੈ, ਲੰਘ ਰਹੀ ਹੈ। ਇੱਕ ਰੇ ਅਸੀਂ ਕਿੱਥੋਂ ਭੇਜਾਂਗੇ, ਐਫ 'ਚੋਂ, ਫੋਕਸ 'ਚੋਂ। ਤਾਂ ਇਹ ਦਰਪਣ ਦੇ ਨਾਲ ਟਕਰਾ ਕੇ, ਠੀਕ ਹੈ, ਉਸੇ ਮਾਧਿਅਮ 'ਚ, ਇਹਨੂੰ ਵੀ ਪ੍ਰਕਾਸ਼ ਦਾ ਪਰਿਵਰਤਨ ਹੀ ਕਹਿੰਦੇ ਆ, ਉਸੇ ਮਾਧਿਅਮ 'ਚ ਲਾਈਟ ਦਾ ਆਉਣਾ। ਠੀਕ ਹੈ, ਦੋਨੋਂ ਕਿਰਨਾਂ ਕਿੱਥੇ ਮਿਲ ਗਈਆਂ, ਤਾਂ ਜਿੱਥੇ ਕਿਰਨਾਂ ਮਿਲਦੀਆਂ ਉੱਥੇ ਕੀ ਬਣਦਾ, ਪ੍ਰਤੀਬਿੰਬ ਸੇਮ ਸਾਈਜ਼ ਦਾ, ਉਲਟਾ ਅਤੇ ਵਾਸਤਵਿਕ ਪ੍ਰਤੀਬਿੰਬ ਬਣ ਰਿਹਾ ਹੈਗਾ ਇਸ ਪੋਜੀਸ਼ਨ 'ਚ ਵੀ। ਦੈਨ ਅਗਲੀ ਪੋਜੀਸ਼ਨ ਤੁਸੀਂ ਦੇਖ ਸਕਦੇ ਹੋ, ਵਸਤੂ ਕਿੱਥੇ ਪਈ ਹੈ, ਧਰੁਵ ਅਤੇ ਫੋਕਸ ਦੇ ਵਿਚਕਾਰ। ਜਿਹੜੀ ਕਿਰਨ ਧਰੁਵ ਦੇ ਨਾਲ ਟਕਰਾਈ ਉਹਨੇ ਦੇ ਆਪਾਤੀ ਅਤੇ ਪਰਾਵਰਤਿਤ ਕੋਣ ਬਣਾ ਕੇ ਉਹਨੇ ਦਾ ਹੀ ਕੋਣ ਬਣਾਏਗੀ। ਠੀਕ ਹੈ, ਐਂਗਲ ਆਫ ਇੰਸੀਡੈਂਸ ਅਤੇ ਰਿਫਲੈਕਟਡ। ਜਿਹੜੀ ਕਿਰਨ ਸੀ 'ਚੋਂ ਵਾਪਸ ਗਈ ਉਵੇਂ ਵਾਪਸ ਗਈ, ਤਾਂ ਦੋਨੋਂ ਆਭਾਸੀ, ਸਿੱਧਾ ਅਤੇ ਵੱਡੇ ਆਕਾਰ ਦਾ ਪ੍ਰਤੀਬਿੰਬ ਬਣ ਰਿਹਾ ਹੈਗਾ। ਐਂਗਲ ਆਫ ਇੰਸੀਡੈਂਟ ਅਤੇ ਰਿਫਲੈਕਸ਼ਨ ਕੀ ਹੈ, ਬਰਾਬਰ ਹੈ। ਕਿਰਨ ਸੀ 'ਚੋਂ ਗਈ ਤਾਂ ਸੀ 'ਚੋਂ ਹੀ ਵਾਪਸ ਆ ਜਾਏਗੀ। ਇੱਦਾਂ ਸਿੱਧਾ ਵੱਡੇ ਸਾਈਜ਼ ਦਾ ਆਭਾਸੀ ਪ੍ਰਤੀਬਿੰਬ ਬਣਦਾ ਹੈਗਾ। ਹੁਣ ਹੈਗਾ ਉੱਤਲ ਦਰਪਣ ਦੇ ਸਾਹਮਣੇ ਰੱਖੇ ਵਸਤੂ ਦਾ ਪ੍ਰਤੀਬਿੰਬ। ਇਹ ਉੱਤਲ ਦਰਪਣ ਜਿਹੜਾ ਵਿਚਾਲੋਂ ਡੂੰਘਾ ਅਤੇ ਸਾਈਡ ਤੋਂ ਉੱਭਰਿਆ ਵਾ ਹੁੰਦਾ। ਵਸਤੂ ਕੀ ਹੈ, ਕਿਸੇ ਵੀ ਪੋਜੀਸ਼ਨ 'ਤੇ ਪਈ ਹੋਵੇ, ਸੀ 'ਤੇ ਅਨੰਤ 'ਤੇ, ਸੀ 'ਤੇ ਜਾਂ ਸੀ ਅਤੇ ਐਫ ਦੇ ਵਿਚਕਾਰ, ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਸਮਾਨਾਂਤਰ ਕਿਰਨ ਹੈ ਇਹਦੇ ਨਾਲ ਟਕਰਾ ਕੇ ਵਾਪਸ ਮੁੜ ਜਾਏਗੀ। ਇਸ ਨੂੰ ਪਸਾਰੀ ਦਰਪਣ ਵੀ ਕਹਿੰਦੇ ਆ, ਕਿਉਂਕਿ ਇਹ ਕਿਰਨਾਂ ਨੂੰ ਕੀ ਹੈ, ਖਿੰਡਾ ਰਿਹਾ ਹੈਗਾ। ਔਰ ਇਹਦਾ ਫੋਕਸ ਜਿਹੜਾ ਹੁੰਦਾ ਆਭਾਸੀ ਹੁੰਦਾ, ਤਾਂ ਇਹਦਾ ਵਾਸਤਵਿਕ ਫੋਕਸ ਨਹੀਂ ਹੁੰਦਾ, ਆਭਾਸੀ ਫੋਕਸ ਹੋਏਗਾ। ਇੱਧਰਲੇ ਪਾਸੇ ਰਾਈਟ ਸਾਈਡ 'ਤੇ ਹੈਗਾ। ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਿਰਨ ਸਮਾਨਾਂਤਰ ਸੀ ਉਹ ਦਰਪਣ ਦੇ ਨਾਲ ਟਕਰਾ ਕੇ, ਉੱਤਲ ਦਰਪਣ ਦੇ ਨਾਲ ਟਕਰਾ ਕੇ
ਵਾਪਸ ਖਿੰਡ ਜਾਂਦੀ ਹੈਗੀ ਆ। ਔਰ ਜਿਹੜੀ ਕਿਰਨ ਵਕਰਤਾ ਕੇਂਦਰ 'ਚੋਂ ਲੰਘ ਰਹੀ ਆ ਉਹ ਵਾਪਸ ਉਵੇਂ ਹੀ ਮੁੜ ਗਈ। ਅਸੀਂ ਇਹਨਾਂ ਕਿਰਨਾਂ ਨੂੰ ਦੇਖਦੇ ਹਾਂ ਕਿੱਥੇ ਮਿਲਦੀਆਂ ਹਨ। ਠੀਕ ਹੈ, ਇੱਕ ਕਿਰਨ ਸਮਾਨਾਂਤਰ ਸੀ, ਉਹ ਫੋਕਸ F 'ਚੋਂ ਪ੍ਰਤੀਤ ਹੁੰਦੀ ਹੈ ਕਿ ਇੱਥੋਂ ਆ ਰਹੀ ਹੈਗੀ ਆ। ਔਰ ਜਿਹੜੀ ਕਿਰਨ ਵਕਰਤਾ ਕੇਂਦਰ C 'ਚੋਂ ਲੰਘੇਗੀ ਉਹ ਉਵੇਂ ਹੀ ਵਾਪਸ ਆ ਜਾਏਗੀ। ਤਾਂ ਦੋਨੋਂ ਕਿਰਨਾਂ ਜਿੱਥੇ ਮਿਲਦੀਆਂ ਹਨ ਉੱਥੇ ਕੀ ਹੈ, ਵਸਤੂ ਦਾ ਪ੍ਰਤੀਬਿੰਬ ਬਣ ਜਾਏਗਾ। ਡੋਟਡ ਲਾਈਨ ਕੀ ਸ਼ੋ ਕਰ ਰਹੀ ਹੈ ਕਿ ਪਿੱਛੇ ਇਮੈਜੀਨੇਸ਼ਨ ਕੀਤੀ ਹੈ, ਕਾਲਪਨਿਕ ਰੇਖਾ ਹੈਗੀ ਹੈ। ਤਾਂ ਵਸਤੂ ਦਾ ਛੋਟਾ ਸਿੱਧਾ ਅਤੇ ਛੋਟੇ ਸਾਈਜ਼ ਦਾ ਔਰ ਆਭਾਸੀ ਪ੍ਰਤੀਬਿੰਬ ਬਣਦਾ ਹੈਗਾ। ਦੁਬਾਰਾ ਦੇਖ ਸਕਦੇ ਹਾਂ ਅਸੀਂ ਇਹ ਸਾਰੀ ਵੀਡੀਓ। ਉੱਤਲ ਦਰਪਣ ਦੇ ਸਾਹਮਣੇ ਕਿਸੇ ਵੀ ਜਗ੍ਹਾ 'ਤੇ ਅਨੰਤ 'ਤੇ C ਤੇ F ਦੇ ਵਿਚਕਾਰ, F ਤੇ P ਦੇ ਵਿਚਕਾਰ ਕਿਤੇ ਵੀ ਰੱਖੀਏ ਤਾਂ ਹਮੇਸ਼ਾ ਪ੍ਰਤੀਬਿੰਬ ਵਸਤੂ ਦਾ ਕੀ ਬਣਨਾ, ਛੋਟਾ, ਆਭਾਸੀ। ਅਤੇ ਦੁਬਾਰਾ ਇਸ ਵੀਡੀਓ ਨੂੰ ਅਸੀਂ ਅੱਛੀ ਤਰ੍ਹਾਂ ਦੇਖ ਲਓ। ਇਸ ਨੂੰ ਅਭਿਸਾਰੀ ਦਰਪਣ ਕਿਹਾ ਜਾਂਦਾ, ਉੱਤਲ ਦਰਪਣ। ਠੀਕ ਹੈ, ਇਹ ਦੇਖੋ ਕਿਰਨ ਕੀ ਹੈ ਵਾਪਸ ਉਸੇ ਮਾਧਿਅਮ 'ਚ ਵਾਪਸ ਚਲੀ ਗਈ। ਤਾਂ ਸਾਨੂੰ ਕੀ ਪ੍ਰਤੀਤ ਹੁੰਦਾ ਕਿ ਫੋਕਸ F 'ਚੋਂ ਨਿਕਲਦੀ ਹੈ, ਇਸ ਕਰਕੇ ਇਸ ਦਾ ਫੋਕਸ ਕੀ ਹੁੰਦਾ, ਆਭਾਸੀ ਹੁੰਦਾ। ਇੱਕ ਜਿਹੜੀ ਵੀ ਦੂਰੀ ਤੁਸੀਂ ਅਗਰ ਤਾਂ ਕਿਰਨ ਦੀ ਦਿਸ਼ਾ 'ਚ ਮਾਪਣੀ ਹੈਗੀ ਹੈ ਤਾਂ ਪੋਜ਼ੀਟਿਵ ਲੈਣਾ, ਇਹਦਾ ਫੋਕਸ ਕਿਆ ਹੋਏਗਾ, ਪੋਜ਼ੀਟਿਵ। ਅਗਰ ਕਿਰਨ ਦੀ ਉੱਤਲ ਦਰਪਣ ਦਾ ਫੋਕਸ ਕੀ ਹੁੰਦਾ, ਪੋਜ਼ੀਟਿਵ ਹੁੰਦਾ, ਅਵਤਲ ਦਾ ਕੀ ਹੁੰਦਾ, ਨੈਗੇਟਿਵ ਹੁੰਦਾ। ਇਹ ਦੇਖੋ ਕਿਰਨਾਂ ਕਿੱਥੋਂ ਪ੍ਰਤੀਤ ਹੋ ਰਹੀਆਂ, ਫੋਕਸ F 'ਚੋਂ। ਅਤੇ ਦੂਸਰੀ ਕਿਰਨ ਜਿਹੜੀ ਕਿ C 'ਚੋਂ ਪਾਸ ਹੋਏਗੀ ਤਾਂ ਇਹ ਵਾਪਸ 90 ਦਾ ਕੋਣ ਬਣਾ ਕੇ ਉਵੇਂ ਹੀ ਵਾਪਸ ਚੱਲ ਜਾਏਗੀ। ਅਤੇ ਪ੍ਰਤੀਤ ਹੁੰਦੀ ਹੈ ਡੋਟਡ ਲਾਈਨ ਜਿਹੜੀ ਦਿਖਾਈ ਆ ਉਸ ਤੋਂ ਕਾਲਪਨਿਕ ਰੇਖਾ ਕਿ ਇੱਦਾਂ ਲੱਗਦਾ ਕਿ ਕਿਰਨ ਕਿੱਥੋਂ ਆ ਰਹੀ ਹੈ, ਫੋਕਸ F 'ਚੋਂ ਅਤੇ C 'ਚੋਂ। ਠੀਕ ਹੈ, ਤਾਂ ਜਿੱਥੇ ਵੀ ਮਿਲਣਗੀਆਂ ਵਸਤੂ ਦਾ ਇਸ ਬਿੰਦੂ 'ਤੇ ਸਿੱਧਾ, ਆਭਾਸੀ ਅਤੇ ਛੋਟੇ ਸਾਈਜ਼ ਦਾ ਪ੍ਰਤੀਬਿੰਬ ਬਣਦਾ ਜਦੋਂ ਵਸਤੂ ਕਿਤੇ ਵੀ P ਅਤੇ F ਦੇ ਵਿਚਕਾਰ ਕਿਤੇ ਵੀ ਪਈ ਹੈ, ਉੱਤਲ ਦਰਪਣ ਦੇ ਸਾਹਮਣੇ ਰੱਖੀ ਵਸਤੂ ਦਾ। ਇਹ ਦੁਬਾਰਾ ਅਸੀਂ ਠੀਕ ਹੈ ਥੋੜ੍ਹੀ ਜਿਹੀ ਦਿਖਾਈ ਹੈ ਡਾਇਗਰਾਮਸ ਕਿ ਕਿੱਦਾਂ ਵਸਤੂ ਦਾ ਆਭਾਸੀ ਅਵਤਲ ਦਰਪਣ ਦੇ ਸਾਹਮਣੇ ਔਰ ਅਵਤਲ ਦਰਪਣ ਦੇ ਸਾਹਮਣੇ ਵਸਤੂ ਕੀ ਪਈ ਹੈ ਵਕਰਤਾ ਕੇਂਦਰ ਅਤੇ ਫੋਕਸ F ਦੇ ਵਿਚਕਾਰ ਉਲਟਾ ਵਾਸਤਵਿਕ ਪ੍ਰਤੀਬਿੰਬ ਬਣ ਰਿਹਾ ਹੈਗਾ। ਹੋਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਕਿਰਨ ਫੋਕਸ F 'ਚੋਂ ਲੰਘਦੀ ਆ ਉਹ ਸਮਾਨਾਂਤਰ ਹੋ ਜਾਂਦੀ ਆ। ਔਰ ਜੋ ਕਿਰਨ C 'ਚੋਂ ਲੰਘਦੀ ਹੈਗੀ ਹੈ ਉਹ ਤਾਂ ਇਹ ਵੀ ਅਵਤਲ ਦਰਪਣ ਦੇ ਵਿਚਕਾਰ ਵਸਤੂ ਕਿੱਥੇ ਰੱਖੀ ਹੈ, F ਅਤੇ P ਦੇ ਵਿਚਕਾਰ, ਫੋਕਸ ਅਤੇ ਧਰੁਵ ਦੇ ਵਿਚਕਾਰ ਰੱਖੀ ਵਸਤੂ ਦਾ। ਇਹ ਫਿਰ ਚਿੰਨ੍ਹ ਪਰੰਪਰਾਵਾਂ ਦੇ ਬਾਰੇ ਪਹਿਲਾਂ ਚੰਗੀ ਤਰ੍ਹਾਂ ਜਾਣੋ, ਫਿਰ ਹੀ ਲੈਸਨ ਆਉਂਦਾ। ਸਮਾਨਾਂਤਰ ਕਿਰਨਾਂ ਜਿਹੜੀਆਂ ਫੋਕਸ F 'ਚੋਂ ਲੰਘਦੀਆਂ, ਜੋ ਕਿਰਨ ਫੋਕਸ 'ਚੋਂ ਲੰਘੇਗੀ ਉਹ ਸਮਾਨਾਂਤਰ ਹੋ ਜਾਂਦੀ ਹੈ, ਜੋ ਵਕਰਤਾ ਕੇਂਦਰ 'ਚੋਂ ਉਵੇਂ ਵਾਪਸ ਆ ਜਾਂਦੀ ਹੈਗੀ ਹੈ। ਜਿਹੜੀ ਕਿਰਨ ਧਰੁਵ ਨਾਲ ਟਕਰਾਉਂਦੀ ਹੈ ਤਾਂ ਆਪਾਤੀ ਕੋਣ ਬਣਾ ਕੇ, ਠੀਕ ਹੈ, ਆਪਾਤੀ ਅਤੇ ਪਰਾਵਰਤਿਤ ਕੋਣ ਬਰਾਬਰ ਹੁੰਦੇ ਆ ਅਤੇ ਜਿੱਥੇ ਵੀ ਇਹ ਕਿਰਨਾਂ ਮਿਲਦੀਆਂ ਉੱਥੇ ਕੀ ਇਹਦਾ ਪ੍ਰਤੀਬਿੰਬ ਬਣ ਜਾਂਦਾ ਹੈਗਾ। ਇਸ ਤਰ੍ਹਾਂ ਅਸੀਂ ਇਹਨੂੰ ਸਟੱਡੀ ਕਰ ਸਕਦੇ ਹਾਂ ਅਗੇਨ। ਠੀਕ ਹੈ, ਇਸ ਨੂੰ ਰੇ ਡਾਇਗਰਾਮ ਕਹਿੰਦੇ ਹਾਂ। ਠੀਕ ਹੈ, ਇਹਦੇ ਰਾਹੀਂ ਹੀ ਅਸੀਂ ਬਣਾਉਣਾ ਔਰ ਚਿੱਤਰਾਂ ਨੂੰ ਸਮਝਣਾ ਹੈਗਾ ਤਾਂ ਕਿ ਸਾਨੂੰ ਪਤਾ ਚੱਲ ਸਕੇ। ਤਾਂ ਵਸਤੂ ਕੀ ਪਈ ਆ C ਤੋਂ ਪਰਾਂ। ਠੀਕ ਆ, ਤਾਂ ਇਮੇਜ ਕਿੱਥੇ ਬਣਿਆ, ਛੋਟਾ, ਵਾਸਤਵਿਕ ਅਤੇ ਉਲਟਾ ਬਣਦਾ ਹੈਗਾ। ਠੀਕ ਹੈ, ਰੀਅਲ ਇਮੇਜ ਹਮੇਸ਼ਾ ਜ਼ਿਆਦਾਤਰ ਉਲਟਾ ਹੀ ਹੁੰਦਾ। ਇਹ ਅਲੱਗ-ਅਲੱਗ ਸਲਾਈਡਾਂ ਸਾਨੂੰ ਦਿਖਾਈਆਂ। ਠੀਕ ਹੈ, C ਕੇਂਦਰ, P ਧਰੁਵ ਹੋ ਗਿਆ, F ਫੋਕਸ ਜਿੱਥੇ ਕਿਰਨਾਂ ਇਕੱਠੀਆਂ ਹੁੰਦੀਆਂ ਹਨ। ਤਾਂ ਇਹ ਵੀ ਤੁਹਾਡੇ ਲਈ ਜਿਹੜੀਆਂ ਕਿਰਨਾਂ ਫੋਕਸ ਤੋਂ ਨਿਕਲਦੀਆਂ ਉਹ ਪੈਰਲਲ ਹੋ ਜਾਂਦੀਆਂ। ਇਹ ਵੇਲੇ ਜਦੋਂ ਫੋਕਸ ਤੋਂ 'ਤੇ ਕੋਈ ਵਸਤੂ ਪਈ ਹੈ, ਇੱਥੇ ਬੱਲਬ ਲਗਾਈਏ ਤਾਂ ਕਿਰਨਾਂ ਕੀ ਹੋ ਜਾਣਗੀਆਂ, ਪੈਰਲਲ ਹੋ ਜਾਂਦੀਆਂ। ਤਾਂ ਕਾਰ ਦੀਆਂ ਹੈੱਡਲਾਈਟਾਂ ਦੇ ਵਿੱਚ ਐਜ਼ ਏ ਰਿਫਲੈਕਟਰ ਦੇ ਤੌਰ 'ਤੇ ਅਸੀਂ ਇਹਨੂੰ ਯੂਜ਼ ਕਰਦੇ ਹੈਗੇ ਹਾਂ। ਠੀਕ ਹੈ, ਇਹਨੂੰ ਮੁੱਖ ਧੁਰਾ ਕਹਿੰਦੇ ਹਾਂ। ਮੁੱਖ ਧੁਰੇ 'ਤੇ ਫੋਕਸ ਵਕਰਤਾ ਕੇਂਦਰ ਹੋ ਗਿਆ। ਦੁਬਾਰਾ ਤੁਸੀਂ ਇਸ ਨੂੰ ਦੇਖੋ, ਇਹ ਹੋ ਗਿਆ ਮੁੱਖ ਧੁਰਾ, ਫੋਕਸ, ਵਕਰਤਾ ਕੇਂਦਰ, ਫੋਕਸ ਦੂਰੀ। ਤਾਂ ਇਹ ਸੀਗੀਆਂ ਟਰਮਸ ਜਿਹੜੀਆਂ ਕਿ ਤੁਸੀਂ ਯੂਜ਼ ਕਰ ਸਕਦੇ ਹੋ। ਅਵਤਲ ਦਰਪਣ ਨੂੰ ਐਜ਼ ਏ ਸਾਈਡ ਦਰਪਣ ਵਜੋਂ ਵਰਤਿਆ ਜਾਂਦਾ ਪਿੱਛੋਂ ਆਉਣ ਵਾਲੀਆਂ ਗੱਡੀਆਂ ਨੂੰ ਦੇਖਣ ਲਈ। ਔਰ
ਇਹ ਕਿਰਨਾਂ ਨੂੰ ਸਮਾਨਾਂਤਰ ਕਰਦਾ ਐਜ਼ ਏ ਹੈਡਲਾਈਟ ਦੇ ਤੌਰ 'ਤੇ ਕਾਰ ਦੇ ਵਿੱਚ ਵਰਤਿਆ ਜਾਂਦਾ ਹੈ, ਕਿਉਂਕਿ ਇਸ ਤੋਂ ਕਿਰਨਾਂ ਕੀ ਹੈ ਸਮਾਨਾਂਤਰ ਹੋ ਜਾਂਦੀ ਹੈ। ਬੱਲਬ ਕਿੱਥੇ ਲੱਗਿਆ ਹੋਇਆ? ਫੋਕਸ ਦੇ ਟਾਰਚ ਦੇ ਅੰਦਰ ਕੀ ਲੱਗਿਆ? ਐਜ਼ ਏ ਰਿਫਲੈਕਟਰ ਦੇ ਤੌਰ 'ਤੇ ਅਬਤਲ ਦਰਪਣ, ਤਾਂ ਕਿਰਨਾਂ ਕੀ ਹੋ ਜਾਣਗੀਆਂ ਸਮਾਨਾਂਤਰ, ਇਸ ਕਰਕੇ ਇਹਨੂੰ ਟਾਰਚ ਦੇ ਵਿੱਚ ਵਰਤਿਆ ਜਾਂਦਾ ਹੈ। ਔਰ ਤੁਸੀਂ ਸਮਤਲ ਦਰਪਣ ਦੀ ਹੈਲਪ ਦੇ ਨਾਲ ਕਿਆ ਦੇਖ ਸਕਦੇ ਹੋ? ਮਲਟੀਪਲ ਇਮੇਜ ਵੀ ਦੇਖ ਸਕਦੇ ਹੋ। ਠੀਕ ਹੈ, ਕਿੰਨੇ ਕੋਣ ਬਣਨਗੇ, ਜਿੰਨਾ ਕੋਣ ਵਧਾਈ ਜਾਵਾਂਗੇ ਪ੍ਰਤੀਬਿੰਬਾਂ ਦੀ ਗਿਣਤੀ ਕੀ ਹੈ ਉਨੀ ਚੇਂਜ ਹੁੰਦੀ ਜਾਂਦੀ ਹੈ। ਥੈਂਕ ਯੂ।